Hello, dear students. You're welcome in today's session. Today we will do the poem Once Upon a Time by Gabriel Okara. हाँ जी प्यारे बच्चों, आज आप की करना है? आज आप पोएम करनी है Once Upon a Time Gabriel Okara दी। ਇਹਦੇ ਵਿੱਚ ਆਪਾਂ ਕੀ ਕਰਾਂਗੇ? ਐਕਸਪਲੇਨੇਸ਼ਨ ਤੇ ਕੰਪਰੀਹੈਂਸ਼ਨ ਨਾਲੋਂ ਨਾਲ ਕਰਾਂਗੇ। ਇਹ ਪੋਇਮ ਹੈ ਕਾਦੇ ਬਾਰੇ ਹੈ? ਜਿਹੜਾ ਗੇਬਰੀਅਲ ਓਕਾਰਾ ਹੈ ਇਹ ਨਾਈਜੀਰੀਅਨ ਪੋਇਟ ਹੈ। ਇਹਦੇ ਵਿੱਚ ਉਹਨੇ ਬਨਾਵਟੀਪਨ ਬਾਰੇ ਦੱਸਿਆ ਕਿ ਜਿਹੜਾ ਪਹਿਲਾਂ ਪਿਆਰ ਸੀ ਅਸਲੀ ਸੀ, ਹੁਣ ਦਿਖਾਵੇ ਲਈ ਲੋਕ ਪਿਆਰ ਕਰਦੇ ਨੇ। ਚਲਦੇ ਹਾਂ ਪੋਇਮ ਵੱਲ। ਫਸਟ ਸਟੈਂਜ ਆਫ ਦ ਪੋਇਮ। Once upon a time, son, they used to laugh with their hearts and laugh with their eyes. ਆਪਣੇ ਬੇਟੇ ਨਾਲ ਗੱਲ ਕਰਦਾ ਹੋਇਆ ਕਵੀ ਕੀ ਕਹਿੰਦਾ ਹੈ? ਬੇਟਾ ਇੱਕ ਵਾਰੀ ਸਮਾਂ ਹੁੰਦਾ ਸੀ ਜਦੋਂ ਸਾਰੇ ਆਪਣੇ ਦਿਲ ਨਾਲ ਹੱਸਦੇ ਸੀ, ਈਵਨ ਕਿ ਅੱਖਾਂ ਤੱਕ ਹੱਸਦੀਆਂ ਸੀ, ਕਿਉਂਕਿ ਸੱਚੀ ਹਾਸੀ ਜਿਹੜੀ ਅੱਖਾਂ 'ਚੋਂ ਵੀ ਝਲਕਦੀ ਹੈ। ਪਰ ਹੁਣ ਅਗਲੀਆਂ 3 ਲਾਈਨਾਂ ਦੇਖੋ ਕੀ ਕਹਿੰਦੀਆਂ ਨੇ। ਬਟ ਨਾਓ ਦੇ ਓਨਲੀ ਲਵ ਵਿਦ ਦੇਅਰ ਟੀਥ। ਸਿਰਫ ਦੰਦਾਂ ਨਾਲ ਹੱਸਦੇ, ਦੰਦ ਦਿਸਦੇ ਆ, ਮਨ ਨਹੀਂ ਹੱਸਦਾ। ਵਾਈਲ ਦੇਅਰ ਆਈਸ ਬਲੌਕ ਕੋਲਡ ਆਈਸ। ਆਈਸ ਬਲੌਕ ਕੋਲਡ ਆਈਸ ਕੀ ਹੁੰਦਾ ਬੇਟਾ? ਵੀ ਬਰਫ਼ ਵਰਗੀਆਂ ਠੰਡੀਆਂ, ਬੇਜਾਨ ਅੱਖਾਂ ਦੇ ਵਿੱਚ ਕੋਈ ਪਿਆਰ ਨਾ ਹੋਣਾ। ਸਰਚ ਬਿਹਾਈਂਡ ਮਾਈ ਸ਼ੈਡੋ। ਉਹ ਤਾਂ ਜਿਵੇਂ ਮੇਰੇ ਪਿੱਛੇ ਹੀ ਦੇਖਦੇ ਰਹਿੰਦੇ ਨੇ, ਭਾਵ ਕਿ ਉਹਦੇ ਵਿੱਚ ਕੋਈ ਪਿਆਰ ਜਿਹੜਾ ਕੋਈ ਖੁਸ਼ੀ ਨਜ਼ਰ ਨਹੀਂ ਆਉਂਦੀ। ਤਾਂ ਇਹ 6 ਲਾਈਨਾਂ ਦੇ ਵਿੱਚ ਕੰਪੈਰੀਜ਼ਨ ਹੈ ਕਿ ਪਹਿਲਾਂ ਸਾਰੇ ਦਿਲ ਨਾਲ ਹੱਸਦੇ ਸੀ, ਹੁਣ ਸਾਰੇ ਦੰਦਾਂ ਨਾਲ, ਭਾਵ ਕਿ ਨਕਲੀ ਹਾਸਾ ਹੱਸਦੇ ਨੇ। ਪਹਿਲਾਂ ਇਸੇ ਸਟੈਂਜੇ ਦੇ ਆਪਾਂ ਕੁਐਸਚਨ ਆਨਸਰ ਦੇਖ ਲੈਂਦੇ ਹਾਂ। ਹਾਊ ਡਿਡ ਦ ਪੀਪਲ ਲਾਫ ਇਨ ਓਲਡਨ ਡੇਜ਼। ਪਹਿਲਾਂ ਵਾਲੇ ਲੋਕ ਕਿਵੇਂ ਹੱਸਦੇ ਸੀ ਬੇਟਾ? ਇਹਨਾਂ 'ਚ ਨੈਚੁਰਲੀ ਫਰਮ ਦ ਹਾਰਟ। ਹਾਊ ਡੂ ਦੇ ਲਾਫ ਨਾਓ। ਹੁਣ ਕਿਵੇਂ ਲਾਫ ਕਰਦੇ ਨੇ? ਓਨਲੀ ਵਿਦ ਟੀਥ, ਯਾਨੀ ਕਿ ਆਰਟੀਫਿਸ਼ੀਅਲ। ਜੇ ਤੁਸੀਂ ਸਿੰਪਲ ਇੰਨਾ ਵੀ ਲਿਖ ਦੋਗੇ ਨਾ, ਓਲਡਨ ਡੇਜ਼ ਪੀਪਲ ਲਾਫ ਨੈਚੁਰਲੀ, ਨਾਓ ਡੇਜ਼ ਪੀਪਲ ਲਾਫ ਆਰਟੀਫਿਸ਼ੀਅਲੀ, ਦੈਨ ਇਟਸ ਓਕੇ। ਮਤਲਬ ਇਹੀ ਹੈ। ਪੋਇਮ ਦਾ ਨਾਮ ਕੀ ਹੈ ਬੇਟਾ? ਅਗਲਾ ਕੁਐਸਚਨ, ਪੋਇਮ ਐਂਡ ਪੋਇਟ। ਪੋਇਮ ਮੈਨੇ ਤੁਹਾਨੂੰ ਚੰਗੀ ਤਰ੍ਹਾਂ 2 ਵਾਰ ਦੱਸਤਾ, ਵੰਸ ਅਪਾਨ ਅ ਟਾਈਮ। ਔਰ ਪੋਇਟ ਕੌਣ ਹੈ? ਗੇਬਰੀਅਲ ਓਕਾਰਾ। ਕਈ ਵਾਰ ਆਪਾਂ ਲਿਖਣ 'ਚ ਗਲਤੀ ਕਰ ਜਾਂਦੇ ਹਾਂ, ਉਹ ਤੁਹਾਡੇ ਸਾਹਮਣੇ ਲਾਈਨ ਹੈਗੀ ਹੈ, ਧਿਆਨ ਨਾਲ ਦੇਖੋ। ਦ ਨੇਮ ਆਫ ਦ ਪੋਇਮ ਇਜ਼ ਵੰਸ ਅਪਾਨ ਅ ਟਾਈਮ, ਇਟਸ ਪੋਇਟ ਇਜ਼ ਗੇਬਰੀਅਲ ਓਕਾਰਾ। ਥਰਡ ਕੁਐਸਚਨ, ਦੇ ਲਾਫ ਵਿਦ ਯੋਰ ਟੀਥ, ਐਕਸਪਲੇਨ ਦ ਲਾਈਨ। ਇਸ ਲਾਈਨ ਨੂੰ ਐਕਸਪਲੇਨ ਕਰਨਾ ਹੁਣ ਤੁਹਾਡੇ ਲਈ ਔਖਾ ਨਹੀਂ। ਦੰਦਾਂ ਨਾਲ ਹੱਸਿਆ ਜਾਂਦਾ ਬੇਟਾ, ਵੈਸੇ ਦੰਦ ਦਿਸਦੇ ਹੀ ਹੱਸਣ ਵੇਲੇ, ਪਰ ਇੱਥੇ ਮਤਲਬ ਕੀ ਹੈ ਪਤਾ ਨਾ ਤੁਹਾਨੂੰ? ਕਿ ਹਾਸਾ ਆਰਟੀਫਿਸ਼ੀਅਲ ਹੈ। ਆਰਟੀਫਿਸ਼ੀਅਲ ਲਾਫਟਰ, ਨੋ ਫੀਲਿੰਗ ਆਫ ਜੋਏ, no happiness, no joy in eyes, not in heart, only artificial. How do their eyes look now? ਕਿਹੋ ਜਿਹੀਆਂ ਅੱਖਾਂ ਨੇ? ਬਰਫ਼ ਵਰਗੀਆਂ ਠੰਡੀਆਂ। Their eyes look cold and feelingless. ਕੋਈ ਉਹਦੇ ਵਿੱਚ ਭਾਵਨਾ ਨਹੀਂ ਹੈ, ਕੋਈ ਪਿਆਰ ਨਜ਼ਰ ਨਹੀਂ ਆਉਂਦਾ। ਸਮਝ ਆ ਗਿਆ ਇਹ ਸਟੈਂਜਾ? ਚਲਦੇ ਹਾਂ ਨੈਕਸਟ ਸਟੈਂਜੇ ਦੀ ਤਰਫ। There was a time indeed they used to shake hands with their hearts. ਸਮਾਂ ਹੁੰਦਾ ਸੀ ਬੇਟਾ ਕਿ ਉਹ ਦਿਲ ਨਾਲ ਹੀ ਹੱਥ ਮਿਲਾਉਂਦੇ ਸੀ। ਬਟ ਦੈਟਸ ਗੋਨ ਸਨ। ਪਰ ਉਹ ਸਮਾਂ ਚਲਾ ਗਿਆ ਬੇਟਾ। ਨਾਓ ਦੇ ਸ਼ੇਕ ਹੈਂਡਸ ਵਿਦਆਊਟ ਹਾਰਟਸ ਵਾਈਲ ਦੇਅਰ ਲੈਫਟ ਹੈਂਡ ਸਰਚ ਮਾਈ ਐਮਪਟੀ ਪਾਕਟਸ। ਹੁਣ ਤਾਂ ਬਿਨਾਂ ਦਿਲ ਤੋਂ ਵੀ ਹੱਥ ਮਿਲਾ ਲੈਂਦੇ ਨੇ, ਅਤੇ ਜਿਹੜਾ ਖੱਬਾ ਹੱਥ ਹੈ ਉਹ ਤਾਂ ਜਿਵੇਂ ਮੇਰੀਆਂ ਖਾਲੀ ਜੇਬਾਂ ਟਟੋਲਦਾ ਰਹਿੰਦਾ। ਇਹਦਾ ਮੀਨਿੰਗ ਕੀ ਹੈ? ਕਿ ਉਹ ਪੈਸੇ ਨੂੰ ਦੇਖਦੇ ਨੇ। ਤੁਸੀਂ ਆਪ ਵੀ ਸਮਝਦੇ ਨਾ ਬੇਟਾ, ਯੁੱਗ ਕਹਿ ਦਿੰਦੇ ਪੈਸੇ ਦਾ, ਪੈਸੇ ਨਾਲ ਰਿਸ਼ਤੇ ਨੇ, ਉਸ ਵੱਲ ਸੰਕੇਤ ਕੀਤਾ ਗਿਆ। ਖੱਬਾ ਹੱਥ ਤਾਂ ਜੇਬਾਂ ਟਟੋਲਦਾ, ਸੱਜਾ ਕੀ ਕਰਦੇ? ਮਿਲਾਉਂਦੇ ਨੇ। ਦੋਨੋਂ ਹੱਥ ਨਹੀਂ ਮਿਲਾਉਂਦੇ, ਸਿੰਸੀਅਰਿਟੀ ਨਹੀਂ ਹੈਗੀ। ਮਤਲਬ ਵਟਸ ਗੋਨ ਅਕੋਰਡਿੰਗ ਟੂ ਦ ਪੋਇਟ। ਕੀ ਚਲਾ ਗਿਆ? ਨੈਚੁਰਲਿਟੀ। ਜੇ ਪੰਜਾਬੀ 'ਚੋਂ ਆਪਾਂ ਵੈਸੇ ਕਹੀਏ, ਜੋ ਕੁਦਰਤੀ ਚੀਜ਼ ਸੀ ਉਹ ਚਲੀ ਗਈ। ਪਰ ਇਸ ਨੂੰ ਆਪਣਾ ਐਕਸਪਲੇਨ ਕਿਵੇਂ ਕਰਾਂਗੇ? ਤੇ ਜੈਨੂਨੈਸ। ਜੈਨੂਨੈਸ ਕੀ ਹੁੰਦਾ? ਰਿਐਲਿਟੀ, ਰੀਅਲ। ਐਂਡ ਸਿੰਸੀਅਰਟੀ, ਪਿਆਰ ਵਿੱਚ ਗੰਭੀਰ ਹੋਣਾ, ਸੋਲਿਡ ਰਿਲੇਸ਼ਨਸ਼ਿਪ ਹੋਣਾ। ਔਰ ਦ ਪੀਪਲ ਇਜ਼ ਗੋਨ ਨਾਓ, ਖਤਮ ਹੋ ਗਿਆ ਉਹ। ਹਾਊ ਡੂ ਪੀਪਲ ਸ਼ੇਕ ਹੈਂਡਸ ਨਾਓ? ਵਿਦਆਊਟ ਹਾਰਟ, ਵਿਦਆਊਟ ਫੀਲਿੰਗਸ। ਰਾਈਟ ਹੈਂਡ ਮਿਲਾਉਂਦੇ ਨੇ, ਵਨ ਹੈਂਡ, ਵਿਦਆਊਟ ਹਾਰਟ। ਵਟ ਡੂ ਦ ਪੀਪਲ ਡੂ ਵਿਦ ਦੇਅਰ ਲੈਫਟ ਹੈਂਡਸ। ਨਾਲ ਕੀ ਕਰਦੇ ਬੇਟਾ? ਉਹੀ, they try to rob the pockets of the other person with their left hands. ਉਹ ਆਪਣੇ ਖੱਬੇ ਹੱਥ ਦੇ ਨਾਲ ਦੂਜੇ ਪਰਸਨ ਦੀਆਂ ਜੇਬਾਂ ਲੁੱਟਣ ਦੀ ਕੋਸ਼ਿਸ਼ ਕਰਦੇ। ਇੱਥੇ ਲੁੱਟਣਾ ਨਹੀਂ ਹੈਗਾ, ਇੱਥੇ ਮਤਲਬ ਟਟੋਲਣ ਦੀ ਕੋਸ਼ਿਸ਼ ਕਰਦੇ, ਭਾਵ ਕਿ ਉਹਨਾਂ ਨੂੰ ਪੈਸੇ ਨਾਲ ਹੀ ਮਤਲਬ ਹੈ। ਇਹਦਾ ਡੀਪ ਮੀਨਿੰਗ ਇਹ ਹੈ।
वट काइंड ऑफ फीलिंग्स डज द पोइट एक्सप्रैस फॉर द पास्ट, किहो जिहियां फीलिंग्स ने पास्ट बारे की सोचदा कवि, की सोचदा बेटा? ਇਹ ਕਿ ਕਿੰਨਾ ਚੰਗਾ ਹੁੰਦਾ ਸੀ, ਦਿਲ ਨਾਲ ਕਰਦੇ ਸਾਰਾ ਕੁਝ, ਹੁਣ ਸਭ ਨਕਲੀ। ਇਹਦਾ ਮਤਲਬ ਪਾਸਟ ਬਾਰੇ ਪਛਤਾਉਂਦਾ ਉਹ, ਪਾਸਟ ਨੂੰ ਚੰਗਾ ਕਹਿੰਦਾ। ਇੱਥੇ ਇੱਕ ਵਰਡ ਆਇਆ ਨੋਸਟੈਲਜਿਕ। ਨੋਸਟੈਲਜਿਕ ਹੁੰਦਾ ਵਧੀਆ ਫੀਲਿੰਗਸ ਨੂੰ ਯਾਦ ਕਰਕੇ ਉਦਾਸ ਹੋਣਾ। ਹੀ ਐਕਸਪ੍ਰੈਸ ਨੋਸਟੈਲਜਿਕ ਫੀਲਿੰਗਸ ਫਾਰ ਦ ਪਾਸਟ। ਹੀ ਐਕਸਪ੍ਰੈਸਿਸ ਲਿਖ ਸਕਦੇ ਹਾਂ ਕਿਉਂਕਿ ਪਰ ਡਜ਼ ਆਇਆ, ES ਵੀ ਨਾਲ ਲਗਾਇਆ ਜਾ ਸਕਦਾ। ਐਕਸਪ੍ਰੈਸਿਸ ਨੋਸਟੈਲਜਿਕ ਫੀਲਿੰਗਸ ਫਾਰ ਦਾ ਪਾਸਟ। ਪਿਛਲੇ ਸਮੇਂ ਲਈ ਉਸਦੇ ਮਨ ਵਿੱਚ ਪਛਤਾਪ ਦੀ ਭਾਵਨਾ ਆਉਂਦੀ ਹੈ, ਯਾਦ ਕਰਕੇ ਉਦਾਸ ਹੁੰਦਾ ਹੈ ਕਿ ਪਿਛਲਾ ਸਮਾਂ ਵਧੀਆ ਸੀ। ਥਰਡ ਸਟੈਂਜਾ, ਫੀਲ ਐਟ ਹੋਮ ਕਮ ਅਗੇਨ ਦੇ ਸੇ, ਐਂਡ ਵੈਨ ਆਈ ਕਮ ਅਗੇਨ ਐਂਡ ਫੀਲ ਐਟ ਹੋਮ। ਪਹਿਲਾਂ ਨਹੀਂ ਸਮਝ ਲਓ ਬੇਟਾ, ਉਹ ਕੀ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਮੈਂ ਜਾਣਾ, ਉਹ ਪਤਾ ਕੀ ਕਹਿੰਦੇ ਨੇ? ਫੀਲ ਐਟ ਹੋਮ, ਆਪਣਾ ਹੀ ਘਰ ਸਮਝੋ, ਉਹ ਕਹਿੰਦੇ ਨੇ। ਅਤੇ ਜਦੋਂ ਮੈਂ ਇੰਝ ਕਰਦਾ, ਮੈਂ ਦੁਬਾਰਾ ਜਾਣਾ, ਫੀਲ ਐਟ ਹੋਮ ਕਰਦਾ, ਮਤਲਬ ਉਹਨਾਂ ਦੇ ਘਰ ਨੂੰ ਆਪਣਾ ਸਮਝਦਾ, ਈਜ਼ੀ ਸਮਝਦਾ, ਤਾਂ ਵੰਸ ਟਵਾਈਸ ਦੇਅਰ ਵਿਲ ਬੀ ਨੋ ਥਰਾਈਸ। ਵੰਸ ਮੈਨੇ ਇੱਕ ਵਾਰੀ, ਟਵਾਈਸ ਮੈਨੇ ਦੋ ਵਾਰੀ, ਥਰਾਈਸ ਮੈਨੇ ਤਿੰਨ ਵਾਰੀ। ਇੱਕ ਵਾਰੀ, ਦੋ ਵਾਰੀ, ਪਰ ਤੀਜੀ ਵਾਰੀ ਤਾਂ ਆਉਂਦੀ ਨਹੀਂ। ਮਤਲਬ ਲਾਸਟ ਲਾਈਨ ਇਹਦਾ ਬਿਆਨ ਕਰ ਰਹੀ ਹੈ, ਫਰ ਦੈਨ ਫਾਈਂਡ ਦ ਡੋਰ ਸ਼ਟ ਔਨ ਮੀ, ਤਾਂ ਦਰਵਾਜ਼ੇ ਮੇਰੇ ਲਈ ਬੰਦ ਹੋ ਜਾਂਦੇ ਨੇ। ਭਾਵ ਕਿ ਉਹ ਇੱਕ ਜਾਂ ਦੋ ਵਾਰੀ ਵੈਲਕਮ ਕਰਦੇ ਨੇ, ਲੰਬਾ ਸਮਾਂ ਨਹੀਂ। ਦੇਖੋ ਪੁਰਾਣੇ ਸਮੇਂ 'ਚ ਗੈਸਟ ਕਿੰਨੇ ਕਿੰਨੇ ਦਿਨ ਲਾ ਜਾਂਦੇ ਸੀ ਘਰਾਂ 'ਚ, ਕਿਸੇ ਨੂੰ ਮਤਲਬ ਨਹੀਂ ਸੀ ਹੁੰਦਾ, ਪਿਆਰ ਹੁੰਦਾ ਸੀ ਬਸ। ਪਰ ਹੁਣ ਸਭ ਮਤਲਬ ਲਈ ਉਹ ਕਰਦੇ ਨੇ। ਹੂ ਇਜ਼ ਬੀਇੰਗ ਆਸਕਡ ਟੂ ਕਮ ਅਗੇਨ, ਕਿਹਨੂੰ ਕਿਹਾ ਜਾਂਦਾ ਦੁਬਾਰਾ ਆਉਣ ਨੂੰ? ਪੋਇਟ ਨੂੰ, ਯਾਨੀ ਕਿ ਗੈਸਟ ਨੂੰ। ਦ ਪੋਇਟ ਇਜ਼ ਬੀਇੰਗ ਆਸਕਡ ਟੂ ਕਮ ਅਗੇਨ। ਵੇਅਰ ਇਜ਼ ਹੀ ਬੀਇੰਗ ਇਨਵਾਈਟਡ ਟੂ, ਕਿੱਥੇ ਬੁਲਾਇਆ ਜਾਂਦਾ? ਟੂ ਦ ਹੋਮ ਆਫ ਦ ਹੋਸਟ। ਜਿਹੜਾ ਮੇਜ਼ਬਾਨ ਹੈ, ਹੋਸਟ ਕੌਣ ਹੁੰਦਾ? ਮੇਜ਼ਬਾਨ, ਉਹ ਆਪਦੇ ਘਰੇ ਬੁਲਾਉਂਦਾ। ਬਾਈ ਹੋਮ ਇਜ਼ ਹੀ ਬੀਇੰਗ ਇਨਵਾਈਟਡ, ਕੌਣ ਬੁਲਾਉਂਦਾ? ਹੋਸਟ। ਬੜੇ ਈਜ਼ੀ ਕੁਐਸਚਨ ਹੈ, ਉਹੀ ਗੱਲਾਂ ਨੇ। ਬਟ ਇਜ਼ ਮੈਂਟ ਬਾਈ ਫੀਲ ਐਟ ਹੋਮ। ਇੰਪੋਰਟੈਂਟ ਕੁਐਸਚਨ ਹੈ ਕਿ ਫੀਲ ਐਟ ਹੋਮ ਦਾ ਮੀਨਿੰਗ ਕੀ ਹੈ? ਇਹਦਾ ਕਹਿੰਦਾ ਫੀਲ ਐਟ ਹੋਮ, ਘਰ ਵਾਂਗ ਸਮਝਣਾ, ਘਰ ਮਹਿਸੂਸ ਕਰਨਾ। ਇਟ ਮੀਨਸ ਈਜ਼ੀ ਐਂਡ ਕੰਫਰਟੇਬਲ ਫੀਲ ਕਰਨਾ, ਦੂਜੇ ਦੇ ਘਰੇ ਵੀ। ਇਟ ਮੀਨਸ ਟੂ ਫੀਲ ਈਜ਼ੀ ਐਂਡ ਕੰਫਰਟੇਬਲ। ਹਾਂਜੀ, ਬੜੇ ਈਜ਼ੀ ਕੁਐਸਚਨ ਸੀ ਨਾ। ਚਲੋ ਨੈਕਸਟ ਸਟੈਂਜਾ। ਸੋ ਹੈਵ ਲਰਨਡ ਮੈਨੀ ਥਿੰਗਸ ਸਨ, ਬੇਟਾ ਮੈਂ ਬਹੁਤ ਕੁਝ ਸਿੱਖ ਲਿਆ। ਆਈ ਹੈਵ ਲਰਨ ਟੂ ਬੀਅਰ ਮੈਨੀ ਫੇਸਿਸ, ਮੈਂ ਤਾਂ ਬਹੁਤ ਸਾਰੇ ਚਿਹਰੇ ਵੀ ਬਣਾਉਣੇ ਸਿੱਖ ਲਏ। ਕਿਵੇਂ? ਲਾਈਕ ਡਰੈਸਿਸ, ਵਰਦੀਆਂ ਦੀ ਤਰ੍ਹਾਂ, ਕੱਪੜਿਆਂ ਦੀ ਤਰ੍ਹਾਂ ਮੈਂ ਚਿਹਰੇ ਬਦਲਣਾ ਵੀ ਸਿੱਖ ਗਿਆ ਬੇਟਾ। ਕਿਹੜੇ ਕਿਹੜੇ ਚਿਹਰੇ? ਹੋਮ ਫੇਸ, ਆਫਿਸ ਫੇਸ, ਸਟਰੀਟ ਫੇਸ, ਹੋਸਟ ਫੇਸ, ਕਾਕਟੇਲ ਫੇਸ। ਕਿੰਨੇ ਚਿਹਰੇ ਆ ਗਏ ਬੇਟਾ। ਹੁਣ ਮੈਂ ਇਕੱਲਾ ਇਕੱਲਾ ਸਮਝਾਉਣੀ ਆ ਤੁਹਾਨੂੰ। ਹੋਮ ਫੇਸ, ਘਰੇ ਜਿਵੇਂ ਆਪਾਂ ਕਿਸੇ ਨੂੰ ਟਰੀਟ ਕਰਦੇ ਹਾਂ। ਆਫਿਸ ਫੇਸ, ਜਿਵੇਂ ਆਪਾਂ ਦਫ਼ਤਰ 'ਚ ਨੌਕਰੀ 'ਤੇ ਡਿਊਟੀ 'ਤੇ, ਉੱਥੇ ਅਸੀਂ ਦੁਖੀ ਹੋਏ ਤਾਂ ਵੀ ਸਾਨੂੰ ਹਾਸਾ ਰੱਖਣਾ ਪੈਂਦਾ ਨਾ ਮੂੰਹ 'ਤੇ। ਸਟਰੀਟ ਫੇਸ, ਗਲੀ 'ਚ ਆਪਾਂ ਕਿਵੇਂ ਮਿਲਦੇ ਹਾਂ ਲੋਕਾਂ ਨੂੰ। ਹੋਸਟ ਫੇਸ, ਜਦੋਂ ਕੋਈ ਘਰੇ ਆਉਂਦਾ, ਮੇਜ਼ਬਾਨ ਕਿਵੇਂ ਬਣਦੇ ਹਾਂ ਆਪਾਂ। ਕਾਕਟੇਲ ਫੇਸ, ਕਾਕਟੇਲ ਹੁੰਦੀ ਹੈ ਬੇਟਾ ਪਾਰਟੀ। ਪਾਰਟੀ ਵੇਲੇ ਆਪਾਂ ਦੇ ਘਰੋਂ ਭਾਵੇਂ ਲੜ ਕੇ ਗਏ ਹੋਏ ਅਤੇ ਉੱਥੇ ਜਾ ਕੇ ਕਿੰਨੇ ਖੁਸ਼ ਨੇ, ਹੈਲੋ ਹੈਲੋ, ਹਾਂਜੀ ਹਾਂ ਬਹੁਤ ਵਧੀਆ, ਐਵੇਂ ਕਹਿੰਦੇ ਹਾਂ ਨਾ। ਨਕਲੀ ਫੇਸ। ਇਹ ਸਾਰੇ ਫੇਸ ਕੀ ਨੇ? ਸਾਡੇ ਨਕਲੀ ਨੇ, ਅਸਲੀ ਤਾਂ ਕੋਈ ਵੀ ਨਹੀਂ। ਵਿਦ ਆਲ ਦੇਅਰ ਕਨਫਰਮਿੰਗ ਸਮਾਈਲਸ, ਕਨਫਰਮਿੰਗ ਫਿਕਸ, ਉਹੀ ਜੀ ਸਮਾਈਲ ਬਦਲਦੀ ਨਹੀਂ, ਜਿਹੜੀ ਜਿਵੇਂ ਪੋਰਟਰੇਟ 'ਤੇ ਹੁੰਦੀ ਹੈ। ਲਾਈਕ ਅ ਫਿਕਸਡ ਪੋਰਟਰੇਟ ਸਮਾਈਲ, ਜਿਵੇਂ ਪਿਕਚਰ ਵਾਲੀ ਸਮਾਈਲ। ਆਪਾਂ ਫੋਟੋ ਖਿਚਾਈ ਉਹ 'ਚ ਹੱਸਦੇ ਹਾਂ, ਹਮੇਸ਼ਾ ਉਹੀ ਸਮਾਈਲ ਰਹੂ ਨਾ, ਬਦਲਦੀ ਤਾਂ ਨਹੀਂ। ਉਹ ਜ਼ਿੰਦਗੀ 'ਚ ਬਦਲਦੀ ਰਹਿੰਦੀ ਹੈ। ਤਾਂ ਅਸੀਂ ਉਵੇਂ ਚਿਹਰੇ ਪਹਿਨਣਾ ਸਿੱਖ ਗਏ, ਅਲੱਗ ਅਲੱਗ ਤਰ੍ਹਾਂ ਦੀ ਸਮਾਈਲ ਨਾਲ, ਫਿਕਸ ਸਮਾਈਲ ਨਾਲ ਵੱਖ ਵੱਖ ਤਰ੍ਹਾਂ ਦੇ ਚਿਹਰੇ ਪਹਿਨਣਾ ਸਿੱਖ ਗਏ। ਪਹਿਨਣਾ ਮਤਲਬ ਇਹ ਨਹੀਂ ਕਿ ਉੱਤੇ ਕੋਈ ਮਾਸਕ ਲਾਉਣਾ, ਆਪਦੇ ਚਿਹਰੇ ਨੂੰ ਹੀ ਬਦਲਣਾ ਸਿੱਖ ਗਏ। ਬਟ ਹੈਜ਼ ਦਾ ਪੋਇਟ ਲਰਨਡ, ਕੀ ਲਰਨ ਕਰ ਲਿਆ ਪੋਇਟ ਨੇ? ਟੂ ਵੀਅਰ ਮੈਨੀ ਫੇਸਿਸ ਲਾਈਕ ਡਰੈਸਿਸ, ਫੇਸ ਪਹਿਨਣੇ ਸਿੱਖ ਗਿਆ। ਬਟ ਇਜ਼ ਇਨਵਾਲਵਡ ਇਨ ਵੀਅਰਿੰਗ ਫੇਸਿਸ, ਕੀ ਇਨਵਾਲਵ ਹੈ ਇਹਦੇ ਵਿੱਚ? ਪੁਟਿੰਗ ਔਨ ਫਾਲਸ ਐਕਸਪ੍ਰੈਸ਼ਨ ਔਨ ਦਾ ਫੇਸ, ਚਿਹਰੇ ਉੱਤੇ ਨਕਲੀ ਭਾਵ ਪੈਦਾ ਕਰ ਲੈਣਾ ਹੀ ਫੇਸ ਵੀਅਰ ਕਰਨਾ ਹੈ। ਦੁਬਾਰਾ ਸਮਝਾ ਦਿੰਦੀ ਹਾਂ, ਕੋਈ ਫੇਸ ਬਾਹਰੋਂ ਨਹੀਂ ਲਾਉਣਾ, ਕੋਈ ਮੁਖੌਟਾ ਨਹੀਂ ਪਹਿਨਣਾ, ਆਪਣੇ ਚਿਹਰੇ 'ਤੇ ਨਕਲੀ ਭਾਵਨਾਵਾਂ ਲੈ ਕੇ ਆਉਣਾ ਹੀ ਵੀਅਰਿੰਗ ਫੇਸਿਸ ਹੈ। ਬਟ ਇਜ਼ ਅ ਪੋਰਟਰੇਟ ਸਮਾਈਲ, ਪਹਿਲਾਂ ਹੀ ਦੱਸਤਾ, ਆਰਟੀਫਿਸ਼ਲ ਐਂਡ ਫਿਕਸਡ। ਬਟ ਇਜ਼ ਅ ਕਾਕਟੇਲ ਫੇਸ, face born at the time of party, यानी कि artificial happiness set the face, happy artificial joy on the face। इसी अपना चौथा स्टेंजा। चलते हैं
5th स्टैंजे की तरफ। एंड आई हैव लर्न टू लाफ विद ओनली माई टीथ। बेटा मैं तो हुण कल्ले दंदां नाल हसना भी सीख लिया। कल्ले दंदां नाल हसना मैं की दस्सिया सी? आर्टिफिशियल। एंड शेक हैंड्स विदाउट माई हार्ट, बिना दिल तो हथ मिलाना भी सीख गया। आई हैव एसो लर्न टू से गुड बाय व्हेन आई मीन गुड रिडंस। मैं किसी गेस्ट ਨੂੰ ਕਿਸੇ ਬੰਦੇ ਨੂੰ ਗੁੱਡ ਬਾਏ ਕਹਿਣਾ ਸਿੱਖਿਆ। ਗੁੱਡ ਬਾਏ ਦਾ ਮਤਲਬ ਹੁੰਦਾ ਵੀ ਫੇਰ ਮਿਲਾਂਗੇ, ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ। ਜਦੋਂ ਕਿ ਮਤਲਬ ਕੀ ਹੁੰਦਾ ਉਹਦਾ? ਗੁੱਡ ਰਿਡੈਂਸ, ਵੀ ਚੰਗਾ ਹੋਇਆ, ਮੁਕਤੀ ਮਿਲੀ। ਰਿਡੈਂਸ ਹੁੰਦਾ ਛੁਟਕਾਰਾ ਪਾਉਣਾ। ਟੂ ਸੇ ਗਲੈਡ ਟੂ ਮੀਟ ਯੂ ਵਿਦਾਊਟ ਬੀਇੰਗ ਗਲੈਡ। ਐਂਡ ਟੂ ਸੇ ਇਟਸ ਬੀਨ ਨਾਈਸ ਟਾਕਿੰਗ ਟੂ ਯੂ ਆਫਟਰ ਬੀਇੰਗ ਬੋਰਡ। ਇਹ ਵੀ ਉਹੀ ਮੀਨਿੰਗ ਰੱਖਦੀਆਂ ਨੇ। ਕਿਸੇ ਨੂੰ ਕਹਿਣਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ, ਜਦੋਂ ਕਿ ਖੁਸ਼ ਹੋਏ ਹੀ ਨਹੀਂ ਹੁੰਦੇ। ਕਿਸੇ ਨੂੰ ਕਹਿਣਾ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ, ਨਾਈਸ ਟਾਕਿੰਗ ਟੂ ਯੂ, ਪਰ ਆਫਟਰ ਬੀਇੰਗ ਬੋਰਡ, ਹੋਏ ਬੋਰ ਹੁੰਦੇ ਆ। ਇਹ ਆਪਾਂ ਵੀ ਕਰਦੇ ਹਾਂ ਕਈ ਵਾਰ ਬੇਟਾ, ਹੈ ਨਾ। ਕਿਸੇ ਦੀ ਗੱਲਾਂ ਤਾਂ ਆਪਾਂ ਬੋਰ ਹੁੰਦੇ ਪਰ ਕਹਿੰਦੇ ਹਾਂ ਨਹੀਂ ਤੁਸੀਂ ਤਾਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹੋ। ਤਾਂ ਇਹ ਨਕਲੀਪਨ ਹੈ ਸਾਰਾ। ਇਸ ਪੈਰੇ 'ਚ ਵੀ ਸਾਰਾ ਨਕਲੀਪਨ ਬਿਆਨ ਕੀਤਾ ਗਿਆ। ਸਪੀਕਰ ਕੌਣ ਹੈ ਬੇਟਾ ਇਸ ਪੋਇਮ 'ਚ? ਇਜ਼ ਦਾ ਸਪੀਕਰ ਇਨ ਦਾ ਪੋਇਮ? ਪੋਇਟ। किस ਨੂੰ ਸੁਣਾ ਰਿਹਾ? ਆਪਣੇ ਬੇਟੇ ਨੂੰ ਗੱਲਾਂ ਸੁਣਾ ਰਿਹਾ। ਉਹ ਲਿਸਨਰ ਹੈ, ਸਪੀਕਰ ਪੋਇਟ ਹੈ। ਬਟ ਹੈਜ਼ ਦਾ ਪੋਇਟ ਲਰਨ ਟੂ ਡੂ ਵਿਦ ਹਿਜ਼ ਫੀਲਿੰਗਸ? ਕੀ ਕਰਨਾ ਸਿੱਖ ਗਿਆ? ਹਾਈਡ ਕਰਨਾ ਸਿੱਖ ਗਿਆ। ਕਿਹਦੇ ਨਾਲ? ਆਰਟੀਫਿਸ਼ੀਅਲ ਚਿਹਰੇ ਨਾਲ। ਹੀ ਹੈਜ਼ ਲਰਨ ਟੂ ਹਾਈਡ ਹਿਜ਼ ਫੀਲਿੰਗਸ ਵਿਦ ਆਰਟੀਫਿਸ਼ੀਅਲ ਫੇਸ। ਬਟ ਇਜ਼ ਦਾ ਮੀਨਿੰਗ ਆਫ ਲਾਫਿੰਗ ਵਿਦ ਓਨਲੀ ਮਾਈ ਟੀਥ? ਤਾਂ ਮੈਨੂੰ ਲੱਗਦਾ ਦੱਸਣ ਦੀ ਲੋੜ ਹੀ ਨਹੀਂ। ਟੀਥ ਨਾਲ ਹੱਸਣਾ, ਆਰਟੀਫਿਸ਼ੀਅਲ ਲਾਫਟਰ। ਵਟ ਕਾइंड ऑफ लाइफ इज़ द पोइट लिविंग? पोइट ਕਿਹੋ ਜਿਹੀ ਜ਼ਿੰਦਗੀ ਜੀ ਰਿਹਾ? ਕਿਹੜੀ ਜੀ ਰਿਹਾ ਬੇਟਾ? ਇੱਕ ਵਰਡ ਦਾ ਤੁਹਾਨੂੰ ਯਾਦ ਹੋ ਹੀ ਗਿਆ ਨਾ, ਆਰਟੀਫਿਸ਼ੀਅਲ। स्टैंजा नंबर 6। बट बिलीव मी सन, पर बेटा मेरी गल का विश्वास कर। आई वांट टू बी वट आई यूज टू बी। मैं तो उवें ही रहना चाहता जिवें पहला सी। वैन आई वॉज लाइक यू, जो मैं तेरे वर्गा सी, मैं ऐं रहना चाहता सी। आई वांट टू अनलर्न ऑल दीज म्यूटिंग थिंग्स। बड़ी इंपोर्टेंट तो थोड़ी जी डिफिकल्ट लाइन है। आई वांट टू अनलर्न, मैं इन्हां सारियां चीज़ों नहीं सीखना चाहता। अनलर्न मतलब सीखना नहीं चाहता। कई बार बच्चा जो लर्न आ गया, सीखना हो गया। नो, अनलर्न, इन्होंने छड़ देना चाहना। ऑल दीज म्यूटिंग थिंग्स, म्यूट होंगे बेटा चुप करना। तो इन्हें स्पीकर नहीं म्यूट करते जिमें फोन का या होर टीवी का, किसी चीज़ को म्यूट कर दें। इत्थे म्यूट की साडी आत्मा नूं, साडे दिल नूं, साडे मन नूं, साडियां भावनावां नूं म्यूट कर देना। ध्यान नाल समझो ये लाइन। म्यूट कर देना, अपनी अंदरली आवाज़ नूं म्यूट कर देना। मैं सारियां चीज़ों नूं म्यूट चीज़ां नहीं सीखना चाहता बेटा। मोस्ट ऑफ ऑल आई वांट टू रीलर्न हाउ टू लाफ। मैं तो दोबारा सीखना चाहता कि असली हासा किमें हसते हैं। फॉर माई लाइफ लाफ इन द मिरर शोज़ ओनली माई टीथ। क्योंकि जो मैं शीशे च देखदा ना हसदा होया, तो मेरे दंद दिसदे ने कल्ले। किहड़े दंद? लाइक अ स्नेक्स बेयर फैंग्स, जिमें हो सप दे दंद होण। फैंग्स मतलब खाण वाले दंद, किसी नूं जहर देनी होवे। क्योंकि हासे दे विच नकलीपन छिपिया होया है। हासे दे विच किसी दा बुरा करन बारे छिपिया होया है। होम इज़ द पोइट टॉकिंग टू हिज सन। बट आर द थिंग्स दैट द पोइट वांट्स टू अनलर्न? मैं तुहानूं चंगी तरह दसता कि म्यूटिंग थिंग्स किहड़ियां किहड़ियां? हिपोक्रेसी एंड आर्टिफिशियलिटी। हिपोक्रेसी हुंदा पखंड, आर्टिफिशियलिटी की हुंदा नकलीपन। दोनों का मीनिंग इक्को जिहा ही है भी बनावटीपन छड्डना चाहता है पोइट, अनलर्न करना चाहता है इन्हां चीज़ां। बट डज द पोइट कंपेयर हिज टीथ टू? किहदे नाल कंपेयर करता है? पॉइजनस टीथ ऑफ अ स्नेक। राइट द सिग्निफिकेंस ऑफ द टाइटल वंस अपॉन अ टाइम। हुण की पुछया गया आपां नूं कि जिहड़ा पोइम का टाइटल है, यानी कि पोइम का नाम है, इहदा की महत्व है? बेटे सारी पोइम ही इहदे सिर ते खड़ी है। वंस अपॉन अ टाइम हुंदा जदों प्यार सी, हुण तां टाइम है नहीं गा। The title brings out the difference between the past and the present. किहदे विच डिफरेंस दसदा टाइटल? पास्ट ते प्रेजेंट। पास्ट विच इंज हुंदा सी, प्रेजेंट विच इंज हुंदा है। The title shows the poet's feelings for the past. आप कीता सी ना नॉस्टैल्जिक फीलिंग्स, पिछले समय नूं याद करके दुखी हुंदा है वो। He glorifies the past simplicity. Glorify हुंदा है किसी चीज़ का मान वधाउणा, शान वधाउणा, किसी चीज़ नूं महत्ता देना। वो कहता कि पास्ट सिंपलिसिटी बहुत वधिया सी। पास्ट मतलब पिछले समय। द मॉडर्न मैन इज़ हिपोक्रिटिकल, आर्टिफिशियल। हुण वाला आदमी तो पखंडी है, कमंडी है। हाँ जी, 7th एंड लास्ट स्टैंजा। सो शो मी सन हाउ टू लाफ।
ਤਾਂ ਮੈਨੂੰ ਦੱਸ ਬੱਚੇ ਕਿਵੇਂ ਹੱਸਣਾ। ਸ਼ੋ ਮੀ ਹਾਊ ਆਈ ਯੂਜ਼ ਟੂ ਲਾਫ ਐਂਡ ਸਮਾਈਲ। ਮੈਨੂੰ ਦੱਸ ਕਿਵੇਂ ਹੱਸਿਆ ਕਰਾਂ ਜਿਵੇਂ ਮੈਂ ਪਹਿਲਾਂ ਹੱਸਦਾ ਸੀ। ਵਨਸ ਅਪਨ ਅ ਟਾਈਮ ਵੈਨ ਆਈ ਵਾਜ਼ ਲਾਈਕ ਯੂ। ਸਮਾਂ ਹੁੰਦਾ ਜਦੋਂ ਮੈਂ ਤੇਰੇ ਵਰਗਾ ਸੀ ਬੇਟਾ, ਕਿਉਂਕਿ ਉਹਦਾ ਪੁੱਤਰ ਹਾਲੇ ਛੋਟਾ ਹੈ, ਉਹ ਵੀ ਨਿਸ਼ਕਪਟ ਹੈ, ਪਵਿੱਤਰ ਹੈ, ਤਾਂ ਉਹ ਪੋਇਟ ਵੀ ਦੁਬਾਰਾ ਉਹਦੀ ਤਰ੍ਹਾਂ ਹੀ ਬਣਨਾ ਚਾਹੁੰਦਾ, ਕਿਉਂਕਿ ਅਸਲੀਪਨ ਅਸਲੀ ਰਹਿੰਦਾ, ਨਕਲੀ ਨਕਲੀ ਰਹਿੰਦਾ, ਉਹਨੂੰ ਅਸਲੀ ਆਨੰਦ ਅਸਲੀ ਬਣ ਕੇ ਮਿਲਦਾ ਹੈ। ਹਾਂਜੀ, ਬਟ ਡਜ਼ ਦਾ ਪੋਇਟ ਵਾਂਟ ਹਿਜ਼ ਸਨ ਟੂ ਸ਼ੋ ਹਿਮ, ਕੀ ਕਹਿੰਦਾ ਆਪਣੇ ਬੇਟੇ ਨੂੰ, ਮੈਨੂੰ ਕੀ ਦਿਖਾ, ਹਾਊ ਟੂ ਲਾਫ ਜੋਏਫੁਲੀ, ਹਾਊ ਟੂ ਲਾਫ ਨੈਚੁਰਲੀ ਵਿਦ ਹਾਰਟ। ਵਟ ਡਜ਼ ਦਾ ਪੋਇਟ ਵਾਂਟ ਟੂ ਗੈਟ ਬੈਕ, ਪੋਇਟ ਕੀ ਵਾਪਸ ਪ੍ਰਾਪਤ ਕਰਨਾ ਚਾਹੁੰਦਾ ਹੈ। ਹੀ ਵਾਂਟ ਟੂ ਗੈਟ ਬੈਕ ਦ ਸਿੰਪਲਿਸਿਟੀ ਐਂਡ ਇਨੋਸੈਂਸ ਆਫ ਹਿਜ਼ ਅਰਲੀਅਰ ਡੇਜ਼ ਵੈਨ ਹੀ ਵਾਜ਼ ਲਾਈਕ ਹਿਜ਼ ਸਨ। ਉਹ ਆਪਣੇ ਬੇਟੇ ਵਾਂਗ, ਜਿਵੇਂ ਹੁਣ ਉਹਦਾ ਬੇਟਾ ਹੈ, ਤਾਂ ਵਾਪਸ ਪਾਉਣਾ ਚਾਹੁੰਦਾ ਸਿੰਪਲਿਸਿਟੀ ਅਤੇ ਇਨੋਸੈਂਸ। ਇਨੋਸੈਂਸ ਹੁੰਦੇ ਨਿਸ਼ਕਪਟਤਾ, ਪੁਰਾਣੇ ਸਮੇਂ ਦੀ, ਉਹੀ ਵਾਪਸ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਸੀ ਆਪਣੇ ਸਾਰੇ ਸਟੈਂਜਰਸ ਅਤੇ ਉਹਨਾਂ ਦੀ ਕੰਪਰੀਹੈਂਸ਼ਨ, ਐਕਸਪਲੇਨੇਸ਼ਨ। ਸੈਂਟਰਲ ਆਈਡੀਆ ਵੀ ਸਮਝ ਕੇ ਹੋਵੋਗੇ ਬੇਟਾ ਤੁਸੀਂ ਕਿ ਮਾਡਰਨ ਮੈਨ ਜਿਹੜਾ ਹੈਗਾ, ਜਿਹੜਾ ਪੋਇਟ ਹੈ, ਉਹ ਕ੍ਰਿਟੀਸਾਈਜ਼ ਕਰਦਾ ਕਿਹਨੂੰ, ਹਿਪੋਕ੍ਰੇਸੀ ਐਂਡ ਆਰਟੀਫਿਸ਼ੀਅਲ ਬਿਹੇਵੀਅਰ ਆਫ ਦਾ ਮਾਡਰਨ ਮੈਨ। ਇਸ ਪੋਇਮ ਦੇ ਵਿੱਚ ਪੋਇਟ ਜਿਹੜਾ ਹੈ ਕ੍ਰਿਟੀਸਾਈਜ਼ ਕਰਦਾ, ਆਲੋਚਨਾ ਕਰਦਾ, ਕਾਹਦੀ, ਹਿਪੋਕ੍ਰੇਸੀ। ਸਭ ਤੋਂ ਵੱਧ ਵਰਡ ਆਇਆ ਤੁਹਾਡੇ ਕੋਲ ਹਿਪੋਕ੍ਰੇਸੀ, ਯਾਨੀ ਕਿ ਪਖੰਡ। ਐਂਡ ਆਰਟੀਫਿਸ਼ੀਅਲ ਬਿਹੇਵੀਅਰ, ਜਿਹੜਾ ਨਕਲੀਪਨ ਆ ਗਿਆ ਸਾਡੇ ਵਿਵਹਾਰ ਦੇ ਵਿੱਚ, ਖਾਸ ਕਰਕੇ ਮਾਡਰਨ ਮੈਨ, ਆਧੁਨਿਕ ਮੈਨ ਦੇ, ਉਸ ਨੂੰ ਕ੍ਰਿਟੀਸਾਈਜ਼ ਕਰਦਾ। ਇੱਕ ਲਾਈਨ ਦੇ ਵਿੱਚ ਬਹੁਤ ਕੁਛ ਆ ਗਿਆ। ਹੀ ਲਾਵਸ ਵਿਦਾਊਟ ਬੀਇੰਗ ਹੈਪੀ, ਤੁਸੀਂ ਇੱਥੇ ਵੀ ਲਿਖ ਸਕਦੇ, ਹੀ ਲਾਵਸ ਵਿਦਾਊਟ ਹਾਰਟ, ਉਹ ਹੱਸਦਾ ਪਰ ਖੁਸ਼ ਨਹੀਂ। ਹੀ ਸ਼ੇਕਸ ਹਿਜ਼ ਹੈਂਡਸ ਵਿਦਾਊਟ ਫੀਲਿੰਗਸ, ਹੱਥ ਮਿਲਾਉਂਦਾ ਬਿਨਾਂ ਫੀਲਿੰਗਸ ਤੋਂ, ਜਦੋਂ ਕਿ ਆਪਾਂ ਹੱਥ ਮਿਲਾ ਕੇ ਖੁਸ਼ ਹੁੰਦੇ ਹਾਂ, ਜਿਹੜਾ ਦੋਸਤ ਮਿਲਦਾ ਕੋਈ। ਇਨ ਓਲਡ ਡੇਜ਼ ਦਾ ਪੀਪਲ ਵਾਜ਼ ਸਿੰਸੀਅਰ, ਆਨੈਸਟ ਐਂਡ ਅਫੈਕਸ਼ਨੇਟ। ਪੁਰਾਣੇ ਸਮੇਂ ਜਿਹੜੇ ਲੋਕ ਸੀਗੇ ਕੀ ਸੀ, ਸਿੰਸੀਅਰ ਸੀ, ਆਪਣੇ ਪਿਆਰ ਦੇ ਵਿੱਚ ਗੰਭੀਰ ਸੀ, ਪੱਕੇ ਸੀ, ਆਨੈਸਟ ਇਮਾਨਦਾਰ ਸੀ, ਅਫੈਕਸ਼ਨੇਟ ਲਵਿੰਗ ਸੀ, ਅਫੈਕਸ਼ਨੇਟ ਕਹਿੰਦਾ ਪਿਆਰ ਕਰਨ ਵਾਲੇ ਸੀ। ਅਤੇ ਹੁਣ ਕੀ ਨੇ, ਹਿਪੋਕ੍ਰਿਟੀਕਲ। The poet glorifies the past simplicity and sincerity in man's behavior। ਤਾਂ ਪੋਇਟ ਗਲੋਰੀਫਾਈ ਕਰਦਾ, ਦੱਸਦਾ ਹੈ ਕਿ ਜਿਹੜੀ ਪਿਛਲੇ ਸਮੇਂ ਦੀ ਸਿੰਪਲਿਸਿਟੀ ਸੀ, ਸਾਦਗੀ ਅਤੇ ਸਿੰਸੀਅਰਿਟੀ ਸੀ ਮਨੁੱਖ ਦੇ ਵਿਵਹਾਰ ਦੇ ਵਿੱਚ, ਉਹ ਸਭ ਤੋਂ ਵਧੀਆ ਸੀ। ਕਈ ਵਾਰ ਆਪਾਂ ਵੀ ਗੱਲਾਂ ਕਰਦੇ ਨੇ ਨਾ, ਬੇਟਾ ਪਿਛਲਾ ਸਮਾਂ ਕਿੰਨਾ ਵਧੀਆ ਸੀ, ਸਾਰਾ ਸਾਦਾਪਨ ਸੀ, ਨੈਚੁਰਲਿਟੀ ਸੀ, ਬੈਠ ਕੇ ਆਪਾਂ ਗੱਲਾਂ ਮਾਰਦੇ ਸੀ, ਹੱਸਦੇ ਸੀ, ਦਿਲੋਂ ਹੱਸਦੇ ਸੀ, ਪੈਸਿਆਂ ਦੀ ਇੰਨੀ ਪਰਵਾਹ ਨਹੀਂ ਸੀ ਹੁੰਦੀ। ਇਹ ਸਾਰਾ ਕੁਛ ਇਸ ਪੋਇਮ ਦੇ ਵਿੱਚ ਕਵੀ ਨੇ ਕਲਮਬੱਧ ਕੀਤਾ, ਜਿਸ ਨੂੰ ਤੁਸੀਂ ਸਮਝਿਆ, ਸੁਣਿਆ, ਵੇਖਿਆ, ਤਾਂ ਤੁਸੀਂ ਸਾਰੇ ਦੇ ਸਾਰੇ ਪ੍ਰਸ਼ਨ, ਕਿਉਂਕਿ ਇਹਨਾਂ ਪ੍ਰਸ਼ਨਾਂ ਦੀ ਆਪਾਂ ਨੂੰ ਲੋੜ ਪੈਣੀ ਹੈ ਪੇਪਰਾਂ ਲਈ ਵੀ, ਜਾਣਕਾਰੀ ਲਈ ਵੀ, ਜ਼ਿੰਦਗੀ ਦੇ ਵਿੱਚ ਨੌਲੇਜ ਲਈ ਵੀ, ਕਿਉਂਕਿ ਸਾਨੂੰ ਜ਼ਿੰਦਗੀ ਬਾਰੇ ਦੱਸ ਰਹੀ ਹੈ ਪੋਇਮ। ਤਾਂ ਸਮਝ ਆਈ ਬੇਟਾ, ਇੰਜੋਏ ਕੀਤਾ ਹੋਊਗਾ ਪੋਇਮ, ਬਹੁਤ ਸੋਹਣੀ ਸੀ। ਓਕੇ, ਥੈਂਕ ਯੂ, ਟੇਕ ਕੇਅਰ। ਫਿਰ ਮਿਲਾਂਗੇ ਅਗਲੇ ਲੈਕਚਰ ਦੇ ਨਾਲ।